जी आए ਨੂੰ ਪਿਆਰੇ ਵਿਦਿਆਰਥੀਓ 11th ਕਲਾਸ ਦੀ ਇੰਗਲਿਸ਼ ਦੀ ਬੁੱਕ ਪੈਨੋਰਾਮਾ ਆਫ ਲਾਈਫ ਉਸਦਾ ਸੈਕਸ਼ਨ B ਪੋਇਟਰੀ ਸੈਕਸ਼ਨ ਉਸਦਾ ਲੈਸਨ ਨੰਬਰ 6 ਦੀ ਲਿਟਲ ਬਲੈਕ ਬॉय ਇਸ ਪੋਇਮ ਦੀ ਰੀਡਿੰਗ ਟ੍ਰਾਂਸਲੇਸ਼ਨ ਅਤੇ ਐਕਸਪਲੇਨੇਸ਼ਨ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤਾਂ ਕਿ ਪੋਇਮ ਦੀ ਸਾਰੀ ਸਮਝ ਆ ਜਾਏ ਅਤੇ ਫਿਰ ਬਾਅਦ ਵਿੱਚੋਂ ਇਹਦੇ ਕੁਐਸਚਨਸ ਆਨਸਰਸ ਕਰਨੇ ਵੀ ਤੇ ਸਮਝਣੇ ਵੀ ਤੁਹਾਡੇ ਲਈ ਸੌਖੇ ਹੋ ਜਾਣਗੇ। ਜਿਹੜੇ ਕੋਈ ਔਖੇ ਸ਼ਬਦ ਆਣਗੇ ਉਹਨਾਂ ਦੇ ਅਰਥ ਤੁਸੀਂ ਨਾਲ ਦੇ ਨਾਲ ਪੰਜਾਬੀ ਵਿੱਚ ਆਪਣੀ ਨੋਟਬੁੱਕ ਵਿੱਚ ਨੋਟ ਕਰ ਲੈਣੇ ਨੇ। ਸੋ ਆਓ ਸ਼ੁਰੂ ਕਰੀਏ। ਮਾਈ ਮਦਰ ਬੋਰ ਮੀ, ਬੋਰ ਸ਼ਬਦ ਜਿਹੜਾ ਹੈ ਉਹ ਬੀਅਰ ਦੀ ਸੈਕਿੰਡ ਫਾਰਮ ਹੈ, BEAR। ਬੀਅਰ ਦਾ ਮਤਲਬ ਹੁੰਦਾ ਹੈ ਵਰਬ ਦੇ ਤੌਰ ਤੇ ਜਨਮ ਦੇਣਾ। ਸੋ ਬੋਰ ਦਾ ਮਤਲਬ ਹੋ ਗਿਆ ਜਨਮ ਦਿੱਤਾ। ਮਾਈ ਮਦਰ ਬੋਰ ਮੀ ਅਰਥਾਤ ਮੇਰੇ ਮਾਤਾ ਜੀ ਨੇ ਮੈਨੂੰ ਜਨਮ ਦਿੱਤਾ। ਕਿਧਰ? ਇਨ ਦੀ ਸਦਰਨ ਵਾਈਲਡ। ਸਾਊਥ ਮੈਨੇ ਦੱਖਣ, ਸਦਰਨ ਮੈਨੇ ਦੱਖਣੀ ਤੇ ਵਾਈਲਡ ਦਾ ਮਤਲਬ ਹੁੰਦਾ ਜੰਗਲ। ਸੋ ਸਦਰਨ ਵਾਈਲਡ ਦਾ ਮਤਲਬ ਹੈ ਦੱਖਣੀ ਜੰਗਲ ਅਰਥਾਤ ਸਾਊਥ ਅਫਰੀਕਾ ਦੇ ਵੱਲ ਇਸ਼ਾਰਾ ਹੈ ਕਿ ਮੇਰੇ ਮਾਤਾ ਜੀ ਨੇ ਮੈਨੂੰ ਦੱਖਣੀ ਅਫਰੀਕਾ, ਸਾਊਥ ਅਫਰੀਕਾ ਦੇ ਜੰਗਲ ਦੇ ਵਿੱਚ ਜਨਮ ਦਿੱਤਾ। ਐਂਡ ਆਈ ਐਮ ਬਲੈਕ ਅਤੇ ਮੈਂ ਇੱਕ ਬਲੈਕ ਹਾਂ, ਕਾਲਾ ਹਾਂ ਅਰਥਾਤ ਮੈਂ ਨੀਗਰੋ ਹਾਂ। ਅਸੀਂ ਜਾਣਦੇ ਹਾਂ ਜਿਹੜੇ ਅਫਰੀਕਾ ਦੇ ਵਸਨੀਕ ਨੇ ਉਹਨਾਂ ਦਾ ਰੰਗ ਥੋੜਾ ਕਾਲਾ ਹੁੰਦਾ ਹੈ ਤੇ ਆਮ ਤੌਰ ਤੇ ਉਹਨਾਂ ਨੂੰ ਅਸੀਂ ਬਲੈਕਸ ਕਹਿ ਦਿੰਦੇ ਹਾਂ। ਤੇ ਜਿੱਦਾਂ ਆਪਣੇ ਇੰਡੀਅਨਸ ਨੂੰ ਬਰਾਊਨਸ ਕਹਿ ਦਿੰਦੇ ਹਾਂ ਜਾਂ ਫਿਰ ਜਿਹੜੇ ਗੋਰੇ ਨੇ ਯੂਰਪ ਦੇ ਉਹਨਾਂ ਨੂੰ ਅਸੀਂ ਵਾਈਟਸ ਕਹਿ ਦਿੰਦੇ ਹਾਂ। ਠੀਕ ਹੈ। ਸੋ ਆਈ ਐਮ ਬਲੈਕ ਵੀ ਮੈਂ ਨੀਗਰੋ ਹਾਂ, ਮੇਰਾ ਕੰਪਲੈਕਸ਼ਨ ਜਿਹੜਾ ਹੈ ਕਾਲਾ ਹੈ। ਬਟ ਪਰ ਹਾਂ ਮਾਈ ਸੋਲ ਇਜ਼ ਵਾਈਟ। ਸੋਲ ਮੈਨੇ ਆਤਮਾ, ਪਰ ਮੇਰੀ ਆਤਮਾ ਚਿੱਟੀ ਹੈ ਅਰਥਾਤ ਮੇਰੀ ਆਤਮਾ ਪਵਿੱਤਰ ਹੈ, ਨਿਰਮਲ ਹੈ। ਫਿਰ ਕਹਿੰਦੇ ਵਾਈਟ ਐਜ਼ ਐਨ ਐਂਜਲ ਇਜ਼ ਦੀ ਇੰਗਲਿਸ਼ ਚਾਈਲਡ। ਕਹਿੰਦੇ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਅੰਗਰੇਜ਼ ਬੱਚਾ ਚਿੱਟੇ ਰੰਗ ਦਾ ਹੁੰਦਾ ਹੈ ਤੇ ਕਿੱਦਾਂ ਚਿੱਟਾ ਹੁੰਦਾ ਹੈ? ਵਾਈਟ ਐਜ਼ ਐਨ ਐਂਜਲ, ਇੱਕ ਫਰਿਸ਼ਤੇ ਵਾਂਗ ਜਿਵੇਂ ਇੱਕ ਅੰਗਰੇਜ਼ ਬੱਚਾ, ਇੰਗਲਿਸ਼ ਬੱਚਾ ਚਿੱਟੇ ਰੰਗ ਦਾ ਹੁੰਦਾ ਹੈ, ਵਾਈਟ ਹੁੰਦਾ ਹੈ। ਇੰਗਲਿਸ਼ ਇੰਗਲੈਂਡ ਦਾ ਐਡਜੈਕਟਿਵ ਹੈਗਾ। ਇੰਗਲੈਂਡ ਦਾ ਵਸਨੀਕ ਅਰਥਾਤ ਜਾਂ ਗ੍ਰੇਟ ਬ੍ਰਿਟੇਨ ਦਾ ਜਾਂ UK ਦਾ ਵਸਨੀਕ ਵੱਲ ਇਸ਼ਾਰਾ ਹੈ। ਇੰਗਲਿਸ਼ ਚਾਈਲਡ ਜਿੱਦਾਂ ਆਮ ਤੌਰ ਤੇ ਅਸੀਂ ਸਮੁੱਚੇ ਤੌਰ ਤੇ ਅੰਗਰੇਜ਼ ਕਹਿ ਦਿੰਦੇ ਹਾਂ। ਠੀਕ ਹੈ। ਸੋ ਇੰਗਲਿਸ਼ ਚਾਈਲਡ ਮਤਲਬ ਕਿ ਇੱਥੇ ਇਸ਼ਾਰਾ ਹੈ ਯੂਰਪੀਅਨ ਚਾਈਲਡ। ਸੋ ਜਿਵੇਂ ਇੱਕ ਗੋਰਾ ਬੱਚਾ ਜਿਹੜਾ ਹੈ, ਇੰਗਲਿਸ਼ ਬੱਚਾ ਹੈ, ਉਹ ਚਿੱਟੇ ਰੰਗ ਦਾ ਹੁੰਦਾ ਹੈ ਤੇ ਕਿੱਦਾਂ ਦਾ ਚਿੱਟਾ ਹੁੰਦਾ ਹੈ? ਇੱਕ ਫਰਿਸ਼ਤੇ ਵਾਂਗ। ਇਹ ਐਂਜਲ ਵਰਡ ਹੈ, ਸਪੈਲਿੰਗ ਧਿਆਨ ਨਾਲ ਰੱਖਣਾ, GEL ਤੇ ਜੇ L ਮੈਂ ਇੱਧਰ ਕਰ ਦਵਾਂ, E ਉਰੇ ਕਰ ਦਵਾਂ, ANGLE ਹੋ ਜਾਏ, ਫਿਰ ਉਹ ਬਣ ਜਾਂਦਾ ਐਂਗਲ, ਜਿਹਨੂੰ ਅਸੀਂ ਕਹਿੰਦੇ ਹਾਂ ਕੋਣ, ਜੋ ਜਿਓਮੈਟਰੀ ਵਿੱਚ ਅਸੀਂ ਵਰਤਦੇ ਹਾਂ। ਸੋ ਉਹ ਐਂਗਲ ਹੁੰਦਾ ਹੈ ਤੇ ਇਹ ਹੈਗਾ ਐਂਜਲ, ਇਹਦਾ ਮਤਲਬ ਹੈ ਫਰਿਸ਼ਤਾ। ਬਟ ਆਈ ਐਮ ਬਲੈਕ ਐਜ਼ ਇਫ bereaved of light। ਕਹਿੰਦੇ ਵੀ ਜਿੱਥੇ ਜਿਹੜਾ ਇੰਗਲਿਸ਼ ਬੱਚਾ ਹੈ ਉਹ ਚਿੱਟਾ ਹੈ ਪਰ ਮੈਂ ਕਾਲਾ ਹਾਂ। ਬਟ ਆਈ ਐਮ ਬਲੈਕ ਐਜ਼ ਇਫ ਮਨੇ ਜਿਵੇਂ ਕਿ bereaved ਹੈ, bereaved ਦੀ ਕੰਟਰੈਕਸ਼ਨ ਹੈ। ਜੇ ਮੈਂ ਇਥੋਂ apostrophe ਹਟਾ ਦਵਾਂ ਤੇ ਇੱਥੇ V ਤੋਂ ਬਾਅਦ E ਲੱਗ ਜਾਏਗਾ, bereaved ਦਾ ਮਤਲਬ ਹੈ bereft ਜਾਂ deprived ਅਰਥਾਤ ਵਾਂਝਾ ਕੀਤਾ ਹੋਇਆ। ਕਿਹ ਤੋਂ? ਲਾਈਟ ਤੋਂ। ਜਿਵੇਂ ਕਿ ਮੈਂ ਪ੍ਰਕਾਸ਼ ਤੋਂ, ਲਾਈਟ ਤੋਂ, ਚਾਨਣ ਤੋਂ ਵਾਂਝਾ ਕੀਤਾ ਗਿਆ ਹੋਵਾਂ, ਉਸ ਤਰ੍ਹਾਂ ਮੈਂ ਕਾਲਾ ਹਾਂ। ਬਟ ਆਈ ਐਮ ਬਲੈਕ ਐਜ਼ ਇਫ bereaved of light, as if deprived of light, as if bereft of light। ਠੀਕ ਹੈ। ਫਿਰ ਅਗਲਾ ਸਟੈਂਜ਼ਾ ਹੈ ਮਾਈ ਮਦਰ ਟੌਟ ਮੀ। ਟੀਚ ਦੀ ਸੈਕਿੰਡ ਫਾਰਮ, ਮੇਰੇ ਮਾਤਾ ਜੀ ਨੇ ਮੈਨੂੰ ਪੜ੍ਹਾਇਆ, ਮੇਰੇ ਮਾਤਾ ਜੀ ਨੇ ਮੈਨੂੰ ਸਿਖਾਇਆ। ਕਿੱਥੇ? ਅੰਡਰਨੀਥ ਆ ਟਰੀ। ਅੰਡਰਨੀਥ ਮੈਨੇ ਥੱਲੇ, ਟਰੀ ਰੁੱਖ, ਇੱਕ ਰੁੱਖ ਦੇ ਥੱਲੇ। ਐਂਡ ਸਿਟਿੰਗ ਡਾਊਨ ਅਤੇ ਬੈਠੇ ਹੋਏ, ਬੜੀ ਦਰਖਤ ਦੇ ਥੱਲੇ, ਰੁੱਖ ਦੇ ਥੱਲੇ ਬੈਠ ਕੇ ਮੈਨੂੰ ਸਿਖਾਇਆ। ਬਿਫੋਰ ਦੀ ਹੀਟ ਆਫ ਡੇ। ਹੀਟ ਆਫ ਡੇ ਬੜੀ ਦੁਪਹਿਰ, ਸਿਖਰਲੀ ਧੁੱਪ, ਧੁੱਪ ਮਤਲਬ ਕਿ ਜਿਹੜੀ ਤੇਜ਼ ਹੋ ਜਾਂਦੀ ਹੈ ਉਸ ਸਮੇਂ ਤੋਂ ਪਹਿਲਾਂ, ਅਰਥਾਤ ਅਸੀਂ ਕਹਿ ਸਕਦੇ ਹਾਂ ਬਿਫੋਰ ਦੀ ਹੀਟ ਆਫ ਦਾ ਡੇ ਮਤਲਬ ਕਿ ਮਾਰਨਿੰਗ, ਲੇਟ ਮਾਰਨਿੰਗ, ਜਦ ਤੱਕ ਹਾਲੇ ਧੁੱਪ ਤਪਦੀ ਨਹੀਂ ਹੈਗੀ। ਸੋ ਸਵੇਰ ਵੇਲੇ ਮੈਨੂੰ ਸਿਖਾਇਆ। ਸ਼ੀ ਟੁਕ ਮੀ ਔਨ ਹਰ ਲੈਪ। ਲੈਪ ਮੈਨੇ ਹੁੰਦੀ ਹੈ ਕੁੱਛੜ, ਗੋਦੀ। ਉਹਨਾਂ ਨੇ ਮੈਨੂੰ ਆਪਣੇ ਗੋਦੀ ਵਿੱਚ ਲਿਆ। ਐਂਡ ਕਿਸਡ ਮੀ ਅਤੇ ਮੈਨੂੰ ਚੁੰਮਿਆ। ਐਂਡ ਅਤੇ ਪੁਆਇੰਟਿੰਗ ਟੂ ਦੀ ਈਸਟ, ਪੂਰਬ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਪੁਆਇੰਟਿੰਗ, ਪੁਆਇੰਟ ਹੁੰਦਾ ਇਸ਼ਾਰਾ ਕਰਨਾ। ਪੁਆਇੰਟਿੰਗ ਟੂ ਦੀ ਈਸਟ ਬਿਗਨ ਟੂ ਸੇ, ਪੂਰਬ ਵੱਲ ਇਸ਼ਾਰਾ ਕਰਦੇ ਹੋਏ ਗੱਲ ਕਹਿਣੀ ਸ਼ੁਰੂ ਕੀਤੀ। ਬਿਗਨ ਟੂ ਸੇ ਮੈਨੇ ਕਹਿਣਾ ਇੱਦਾਂ ਸ਼ੁਰੂ ਕੀਤਾ। ਕੀ ਕਿਹਾ ਮਾਤਾ ਜੀ ਨੇ? ਦੇਖੀਏ।
ਕਹਿੰਦੇ ਲੁੱਕ ਔਨ ਦੀ ਰਾਈਜ਼ਿੰਗ ਸਨ, ਵੀ हे ਪੁੱਤਰ, हे ਕਾਕਾ, ਲੁੱਕ ਔਨ ਦੀ ਰਾਈਜ਼ਿੰਗ ਸਨ। ਸਨ ਮੈਨੇ ਸੂਰਜ, ਰਾਈਜ਼ਿੰਗ ਮੈਨੇ ਚੜ੍ਹਦਾ ਹੋਇਆ, ਰਾਈਜ਼ਿੰਗ ਸਨ ਚੜ੍ਹਦਾ ਸੂਰਜ, ਮਤਲਬ ਸੂਰਜ ਚੜ੍ਹ ਰਿਹਾ। ਉਹ ਕਹਿੰਦੇ ਨੇ ਬਿਫੋਰ ਦੀ ਹੀਟ ਆਫ ਦਾ ਡੇ, ਅਰਥਾਤ ਸਵੇਰ ਦੇ ਵੇਲੇ ਦੀ ਗੱਲ ਹੋ ਰਹੀ ਹੈ। ਇਹਦਾ ਮਤਲਬ ਲੁੱਕ ਔਨ ਦੀ ਰਾਈਜ਼ਿੰਗ ਸਨ, ਇਹ ਮੇਰੇ ਪੁੱਤਰ ਚੜ੍ਹਦੇ ਸੂਰਜ ਵੱਲ ਦੇਖ। ਦੇਅਰ ਗॉड ਡਜ਼ ਲਿਵ, ਰੱਬ ਉੱਥੇ ਰਹਿੰਦਾ ਹੈ। ਇਹ ਇੱਕ ਮਾਤਾ ਦਾ ਆਪਣੇ ਪੁੱਤਰ ਨੂੰ ਸਮਝਾਉਣ ਦਾ ਢੰਗ ਹੈਗਾ। ਰੱਬ ਉੱਥੇ ਰਹਿੰਦਾ ਹੈ। ਐਂਡ ਗਿਵਜ਼ ਹਿਜ਼ ਲਾਈਟ, ਅਤੇ ਆਪਣਾ ਚਾਨਣਾ ਦਿੰਦਾ ਹੈ। ਐਂਡ ਗਿਵਜ਼ ਹਿਜ਼ ਹੀਟ ਅਵੇ, ਅਤੇ ਆਪਣਾ ਨਿੱਘ, ਆਪਣਾ ਪਿਆਰ ਜਾਂ ਜਿਹੜਾ ਅਸੀਂ ਗਰਮੈਸ਼ ਹੈਗੀ ਹੈ ਉਹ ਦਿੰਦਾ ਹੈ। ਐਂਡ ਫਲਾਵਰਸ, ਅਤੇ ਫੁੱਲ। ਐਂਡ ਟਰੀਜ਼, ਅਤੇ ਰੁੱਖ। ਐਂਡ ਬੀਸਟਸ, ਬੀਸਟ ਮਨੇ ਜਾਨਵਰ। ਐਂਡ ਮੈਨ ਮਨੇ ਬੰਦੇ, ਇਨਸਾਨ। ਰਿਸੀਵ, ਪ੍ਰਾਪਤ ਕਰਦੇ ਹਨ। ਕੰਫਰਟ ਇਨ ਮਾਰਨਿੰਗ, ਕੰਫਰਟ ਮਨੇ ਸੁੱਖ, ਇਨ ਮਾਰਨਿੰਗ ਸਵੇਰ ਦੇ ਵੇਲੇ ਸੁੱਖ ਪ੍ਰਾਪਤ ਕਰਦੇ ਹਨ। ਜੋਏ ਇਨ ਦੀ ਨੂਨ ਡੇ, ਅਤੇ ਦੁਪਹਿਰ ਦੇ ਵੇਲੇ ਖੁਸ਼ੀ, ਆਨੰਦ ਪ੍ਰਾਪਤ ਕਰਦੇ ਹਨ। ਅਰਥਾਤ ਸੂਰਜ ਜਿਹੜਾ ਜਿਲੇ ਚੜ੍ਹਦਾ ਹੈ, ਰੱਬ ਉੱਥੇ ਰਹਿੰਦਾ ਹੈ, ਰੱਬ ਸਾਨੂੰ ਚਾਨਣਾ ਦਿੰਦਾ ਹੈ, ਗਰਮੀ ਦਿੰਦਾ ਹੈ, ਤੇ ਸਾਰੇ ਫੁੱਲ, ਰੁੱਖ, ਇਨਸਾਨ, ਜਾਨਵਰ ਜਿਹੜੇ ਨੇ ਉਹ ਸਵੇਰ ਦੇ ਵੇਲੇ ਇੱਦਾਂ ਇਸ ਢੰਗ ਦੇ ਨਾਲ ਸੁੱਖ ਪ੍ਰਾਪਤ ਕਰਦੇ ਹਨ, ਦੁਪਹਿਰ ਦੇ ਵੇਲੇ ਖੁਸ਼ੀ, ਆਨੰਦ ਪ੍ਰਾਪਤ ਕਰਦੇ ਹਨ। ਫਿਰ ਕਹਿੰਦੇ ਐਂਡ ਵੀ ਆਰ ਪੁੱਟ ਔਨ ਅਰਥ ਅ ਲਿਟਲ ਸਪੇਸ। ਸਪੇਸ ਦਾ ਮਤਲਬ ਥਾਂ ਵੀ ਹੁੰਦਾ ਹੈ, ਸਪੇਸ ਦਾ ਮਤਲਬ ਇੰਟਰਵਲ ਵੀ ਹੁੰਦਾ ਹੈ, ਅਰਥਾਤ ਅੰਤਰਾਲ, ਸਮੇਂ ਦੀ ਵਿੱਥ। ਅਰਥਾਤ ਅ ਲਿਟਲ ਸਪੇਸ ਮਤਲਬ ਕਿ ਸਾਨੂੰ ਥੋੜ੍ਹਾ ਸਮਾਂ ਮਿਲਿਆ ਹੈ, ਅਰਥਾਤ ਸਾਡੀ ਜ਼ਿੰਦਗੀ ਥੋੜ੍ਹੀ ਚਿਰੀ ਹੈ, ਅਸੀਂ ਇੱਥੇ ਪ੍ਰਾਹੁਣੇ ਹੈਗੇ ਹਾਂ, ਅਸੀਂ ਕੁਛ ਚਿਰ ਰਹਿਣਾ ਹੈ ਤੇ ਫਿਰ ਇੱਥੋਂ ਦੀ ਕੂਚ ਕਰ ਜਾਣਾ ਹੈ। ਕਹਿੰਦੇ ਐਂਡ ਵੀ ਆਰ ਪੁੱਟ ਔਨ ਅਰਥ ਅ ਲਿਟਲ ਸਪੇਸ, ਅਰਥਾਤ ਸਾਨੂੰ ਇਸ ਧਰਤੀ ਤੇ ਟਿਕਾਇਆ ਗਿਆ ਹੈ, ਰੱਖਿਆ ਗਿਆ, ਅਰਥਾਤ ਭੇਜਿਆ ਗਿਆ ਹੈ ਥੋੜ੍ਹੇ ਸਮੇਂ ਲਈ। ਤੇ ਕਾਹਦੇ ਲਈ? ਇਹਦਾ ਮਕਸਦ ਕੀ ਹੈ? ਦੈਟ ਵੀ ਮੇ ਲਰਨ ਟੂ ਬੀਅਰ। ਬੀਅਰ ਦਾ ਮਤਲਬ ਹੁੰਦਾ ਹੈ ਇੰਬਾਈਬ, ਆਪਣੇ ਅੰਦਰ ਸਮਾ ਲੈਣਾ, ਆਪਣੇ ਅੰਦਰ ਉਹਨੂੰ ਮਤਲਬ ਕਿ ਪ੍ਰਫੁੱਲਿਤ ਕਰ ਲੈਣਾ। ਠੀਕ ਹੈ। ਲਰਨ ਟੂ ਬੀਅਰ ਦੀ ਬੀਮਸ ਆਫ ਲਵ। ਬੀਮ ਹੁੰਦੀਆਂ ਮੋਟੀਆਂ ਕਿਰਨਾਂ, ਜਿਵੇਂ ਅਸੀਂ ਕਹਿੰਦੇ ਕਿ ਸਰਚ ਲਾਈਟ ਦੀ ਜਿਹੜਾ ਪ੍ਰਕਾਸ਼ ਛੱਡਦੀ ਹੈ ਤੇ ਉਹਦੀ ਮੋਟੀ ਜੀ ਉਹ 'ਚ ਇੱਕ ਸਾਨੂੰ ਨਜ਼ਰ ਆਉਂਦੀ ਹੈ, ਅਸੀਂ ਉਹਨੂੰ ਬੀਮ ਕਹਿ ਦਿੰਦੇ ਹਾਂ, ਹੈਡਲਾਈਟ ਬੀਮ, ਜਾਂ ਕੋਈ ਲਾਈਟ ਹਾਊਸ ਹੁੰਦਾ ਹੈ ਉਹਦੀ ਬੀਮ। ਸੋ ਬੀਮ ਆਫ ਲਵ, ਅਰਥਾਤ ਪਿਆਰ ਦੀ ਕਿਰਨ ਜਿਹੜੀ ਹੈ, ਪਿਆਰ ਦੀ ਜਿਹੜੀਆਂ ਕਿਰਨਾਂ ਨੇ ਉਹਨਾਂ ਨੂੰ ਅਸੀਂ ਆਪਣੇ ਅੰਦਰ ਵਸਾਉਣਾ ਸਿੱਖ ਸਕੀਏ, ਉਹਨੂੰ ਆਪਣੇ ਕਿਰਦਾਰ ਦਾ ਅੰਗ ਬਣਾ ਸਕੀਏ। ਇਹ ਸਿੱਖਣ ਲਈ ਸਾਨੂੰ ਧਰਤੀ ਤੇ ਥੋੜ੍ਹੇ ਸਮੇਂ ਲਈ ਭੇਜਿਆ ਹੈ। ਐਂਡ ਥੀਸ ਬਲੈਕ ਬੋਡੀਜ਼, ਅਤੇ ਜਿਹੜੀਆਂ ਇਹ ਕਾਲੇ ਤਨ ਹਨ, ਕਾਲੇ ਸਰੀਰ ਹਨ। ਐਂਡ ਦਿਸ ਸਨਬਰਨਡ ਫੇਸ, ਅਤੇ ਜਿਹੜੇ ਹੈ ਸੂਰਜ ਦੀ ਗਰਮੀ ਨਾਲ ਝੁਲਸੇ ਹੋਏ ਚਿਹਰੇ ਹਨ, ਇਹ ਕੋਈ ਬਹੁਤਾ ਮਾਇਨਾ ਨਹੀਂ ਰੱਖਦੇ। ਇਸ ਬਟ ਅ ਕਲਾਊਡ, ਕਿਉਂਕਿ ਇਹ ਤਾਂ ਇੱਕ ਸਿਰਫ ਜਿੱਦਾਂ ਇੱਕ ਬੱਦਲ ਹੁੰਦਾ ਹੈ, ਬੱਦਲ ਫਿਰ ਥੋੜ੍ਹੀ ਰਹਿੰਦਾ ਹੈ, ਛੱਡ ਜਾਂਦਾ ਹੈ। ਐਂਡ ਲਾਈਕ ਅ ਸ਼ੇਡੀ ਗਰੋਵ, ਸ਼ੇਡੀ ਮੈਨੇ ਛਾਂਦਾਰ, ਗਰੋਵ ਹੁੰਦਾ ਬੱਚਿਓ ਸੰਘਣਾ ਰੁੱਖਾਂ ਦੀ ਥਾਂ, ਛੋਟੇ ਰੁੱਖ ਜਿਹੜੇ ਬੜੇ ਉੱਚੇ ਨਹੀਂ ਹੁੰਦੇ ਤੇ ਥੱਲੇ ਜ਼ਮੀਨ ਪੱਧਰੀ ਹੁੰਦੀ ਹੈ। ਇਹਦੀ ਸਭ ਤੋਂ ਵਧੀਆ ਉਦਾਹਰਣ ਅਸੀਂ ਕਹਿ ਸਕਦੇ ਹਾਂ ਕਿ ਜਿੱਦਾਂ ਅਸੀਂ ਇਹ ਬਾਗ ਦੇਖਦੇ ਹਾਂ, ਕਿੰਨੂ ਦੇ ਬਾਗ, ਉਹ ਬੂਟੇ ਬਹੁਤ ਉੱਚੇ ਨਹੀਂ ਹੁੰਦੇ ਪਰ ਨਾਲ ਨਾਲ ਜੁੜੇ ਹੋਣ, ਕਿ ਇੰਨੇ ਸੰਘਣੇ ਹੋਣ ਕਿ ਧੁੱਪ ਨਾ ਆਵੇ ਤੇ ਥੱਲੇ ਜਿਹੜਾ ਜ਼ਮੀਨ ਹੈਗੀ, ਖੇਤ ਹੈਗਾ, ਉੱਤੇ ਪੂਰੀ ਤਰ੍ਹਾਂ ਛਾਂ ਹੋਵੇ। ਜਿੱਦਾਂ ਬੱਦਲ ਸੂਰਜ ਨੂੰ ਢੱਕ ਲੈਂਦਾ ਤੇ ਗਰੋਵ ਜਿਹੜਾ ਹੈ, ਇੱਕ ਸੰਘਣਾ ਬਾਗ ਜਿਹੜਾ ਹੈ ਉਹ ਛਾਂਦਾਰ, ਉਹ ਉਹਨੂੰ ਸੂਰਜ ਨੂੰ ਢੱਕ ਦਿੰਦਾ ਹੈ। ਕਹਿੰਦੇ ਇਸ ਤਰ੍ਹਾਂ ਜਿਹੜੀਆਂ ਬਲੈਕ ਬੋਡੀਜ਼, ਇਹ ਤਨ ਕਾਲੇ ਜਿਹੜੇ, ਮਤਲਬ ਕਿ ਉਹਦਾ ਕਹਿਣ ਦਾ ਮਤਲਬ ਹੈਗਾ ਵੀ ਜਿਹੜਾ ਇਹ ਕਾਲੇ ਰੰਗ ਦਾ ਇਹ ਭਿੰਨ ਭੇਦ ਹੈਗਾ, ਇਸ ਚਮੜੀ ਦੇ ਰੰਗ ਦਾ ਭਿੰਨ ਭੇਦ ਹੈਗਾ, ਜਾਂ ਜਿਹੜੇ ਹੈ ਮਿਹਨਤ ਮੁਸ਼ੱਕਤ ਕਰਦੇ ਨੇ, ਸਨਬਰਨ ਫੇਸਿਸ, ਉਹਨਾਂ ਦੇ ਚਿਹਰੇ ਝੁਲਸੇ ਹੋਏ ਨੇ, ਉਹਨਾਂ ਦੇ ਵਿੱਚ ਵੀ ਰੱਬ ਦੀ ਜੋਤ ਵਸਦੀ ਹੈਗੀ ਹੈ। ਤੇ ਓਪਰੀ ਤੌਰ ਤੇ ਜਿਹੜੇ ਕਾਲੇ ਤਨ ਨੇ ਜਾਂ ਝੁਲਸੇ ਹੋਏ ਚਿਹਰੇ ਨੇ, ਇਸ ਬਟ ਅ ਕਲਾਊਡ, ਇਹਨਾਂ ਦਾ ਕੋਈ ਬਹੁਤ ਮਾਇਨਾ ਨਹੀਂ ਹੈਗਾ, ਇਹ ਸਿਰਫ ਇੱਕ ਬੱਦਲ ਦੀ ਨਿਆਈ ਹਨ ਜਾਂ ਇੱਕ ਸੰਘਣੇ ਬਾਗ ਦੀ ਨਿਆਈ ਹਨ। ਫॉर, ਕਿਉਂਕਿ when our souls have learned the heat to bear। ਹੁਣ ਦੇਖੋ ਬੱਚਿਓ, ਇਹ ਕਵਿਤਾ ਵਿੱਚ ਕੀ ਹੁੰਦਾ ਹੈ ਕਿ ਸੈਂਟੈਂਸ ਦਾ ਸੈਂਟੈਕਸ ਪ੍ਰੋਜ਼ ਵਰਗਾ ਨਹੀਂ ਹੁੰਦਾ, ਠੀਕ ਹੈ ਨਾ, ਉਹ ਅੱਗੇ ਪਿੱਛੇ ਕਰਨਾ ਪੈਂਦਾ ਹੈ ਤੁਕਬੰਦੀ ਕਰਨ ਲਈ। ਸੋ ਇਹਨੂੰ ਪੜ੍ਹਨਾ ਹੈ ਹੈਵ ਲਰਨਡ ਟੂ ਬੀਅਰ ਦਾ ਹੀਟ। ਅਸਲ ਵਿੱਚ ਜਿਹੜੇ ਅਸੀਂ ਸਿੱਧੀ ਅੰਗਰੇਜ਼ੀ ਲਿਖਾਂਗੇ ਤੇ ਕਵਾਂਗੇ ਫॉर ਵੈਨ ਆਵਰ ਸੋਲਸ ਹੈਵ ਲਰਨਡ ਟੂ ਬੀਅਰ ਦੀ ਹੀਟ। ਕਿਹੜੀ ਹੀਟ? ਉਹ ਜਿਹੜੀ ਗੱਲ ਕਰ ਰਹੇ ਵੀ ਪਿਆਰ ਦਾ ਨਿੱਘ। ਟੂ ਬੀਅਰ ਮੈਨੇ ਸਮਾਣਾ, ਅਪਣਾਉਣਾ, ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ। ਕਹਿੰਦਾ ਕਿਉਂਕਿ, ਇਹ ਕਿਉਂ ਕਿਹਾ ਹੈ ਵੀ ਇਟ ਇਜ਼ ਜਸਟ ਬਟ ਅ ਕਲਾਊਡ ਐਂਡ ਅ ਸ਼ੇਡੀ ਗਰੋਵ, ਇਹ ਆ ਜਿਹੜੇ ਕਾਲੇ ਤਨ ਨੇ ਇਹ ਇੱਕ ਸਿਰਫ ਬੱਦਲ ਦੀ ਨਿਆਈ ਜਾਂ ਛਾਂਦਾਰ ਬਾਗ ਦੀ ਨਿਆਈ ਹੈਗੇ ਨੇ, ਜਿਨ੍ਹਾਂ ਨੇ ਥੋੜ੍ਹੀ ਦੇਰ ਲਈ ਸੂਰਜ ਨੂੰ ਢੱਕ ਦਿੱਤਾ ਹੈ।
ਕਹਿੰਦੇ ਫॉर ਵੈਨ ਆਵਰ ਸੋਲਸ ਹੈਵ ਲਰਨਡ ਦਾ ਹੀਟ ਟੂ ਬੀਅਰ, ਅਰਥਾਤ ਹੈਵ ਲਰਨ ਟੂ ਬੀਅਰ ਦਾ ਹੀਟ, ਕਿਉਂਕਿ ਜਦੋਂ ਸਾਡੀਆਂ ਆਤਮਾਵਾਂ ਨੇ ਇਸ ਨਿੱਘ ਨੂੰ ਅਪਣਾਉਣਾ ਸਿੱਖ ਲਿਆ। ਕਿਹੜੇ ਨਿੱਘ ਨੂੰ? ਮਤਲਬ ਕਿ ਜਿੱਦਾਂ ਅਸੀਂ ਕਹਿੰਦੇ ਹਾਂ ਜਾਣੋ ਜੋਤ ਨੂੰ ਪੁੱਛੋ ਜਾਤੀ, ਜਦ ਜੋਤ ਨੂੰ ਜੋਤ ਨੇ ਸਮਝਣਾ ਸ਼ੁਰੂ ਕਰਤਾ, ਇੱਕ ਦੂਜੇ ਨਾਲ ਪਿਆਰ ਕਰਨਾ ਸਿੱਖ ਲਿਆ, ਪਿਆਰ ਦਾ ਨਿੱਘ ਅਪਣਾ ਲਿਆ, ਦੀ ਕਲਾਊਡ ਵਿਲ ਵੈਨਿਸ਼, ਫਿਰ ਜਿਹੜਾ ਬੱਦਲ ਹੈ ਇਹ ਛੰਟ ਜਾਏਗਾ। ਬੱਦਲ ਜਿਹੜਾ ਹੈ ਇਹ ਡਿਸਅਪੀਅਰ ਹੋ ਜਾਏਗਾ, ਅਲੋਪ ਹੋ ਜਾਏਗਾ, ਅਰਥਾਤ ਕਾਲੇ ਰੰਗ ਦਾ ਤੇ ਗੋਰੇ ਰੰਗ ਦਾ ਭਿੰਨ ਭੇਦ ਖਤਮ ਹੋ ਜਾਏਗਾ। ਵੀ ਸ਼ੈਲ ਹੀਅਰ ਹਿਜ਼ ਵਾਇਸ, ਫਿਰ ਅਸੀਂ ਰੱਬ ਦੀ ਰੱਬੀ ਆਵਾਜ਼ ਜਿਹੜੀ ਹੈਗੀ ਹੈ, ਹਿਜ਼ ਮੈਨੇ ਇੱਥੇ ਐਕਚੁਅਲੀ ਐਚ ਕੈਪੀਟਲ ਹੋਣਾ ਚਾਹੀਦਾ ਮੇਰੇ ਖਿਆਲ ਪੋਇਮ ਵਿੱਚ, ਵੀ ਸ਼ੈਲ ਹੀਅਰ ਹਿਜ਼ ਵਾਇਸ, ਫਿਰ ਅਸੀਂ ਉਸ ਰੱਬ ਦੀ ਮਾਂ ਨੂੰ ਕਹਿ ਰਹੀਏ ਕਿ ਫਿਰ ਜਦੋਂ ਅਸੀਂ ਇਹਦਾ ਪਿਆਰ ਕਰਾਂਗੇ, ਕਾਲੇ ਰੰਗ ਦਾ ਜਿਹੜਾ ਵਿਤਕਰਾ ਹੈ, ਗੋਰੇ ਰੰਗ ਦਾ ਵਿਤਕਰਾ ਖਤਮ ਹੋ ਜਾਏਗਾ, ਤੇ ਫਿਰ ਅਸੀਂ ਉਹਦੀ ਆਵਾਜ਼ ਸੁਣਾਂਗੇ। ਸੇਇੰਗ, ਆਵਾਜ਼ ਕੀ ਕਹੇਗੀ? ਕਹਿੰਦੇ ਹੋਏ ਕਮ ਆਊਟ ਫਰੋਮ ਦੀ ਗਰੋਵ, ਅਰਥਾਤ ਇਸ ਸੰਘਣੇ ਰੁੱਖਾਂ ਦੇ ਜਿਹੜਾ ਹਨੇਰਾ ਜਿਹਾ ਜਿੱਥੇ ਹੈਗਾ, ਜਿੱਥੇ ਛਾਂ ਹੋਈ ਪਈ ਹੈ, ਜਿੱਥੇ ਸੂਰਜ ਦਾ ਪ੍ਰਕਾਸ਼ ਨਹੀਂ ਪੈ ਰਿਹਾ, ਜਿੱਥੇ ਸੂਰਜ ਦਾ ਕਿਰਨਾਂ ਨਹੀਂ ਪਹੁੰਚ ਰਹੀਆਂ, ਉਹ ਚੋਂ ਬਾਹਰ ਆਓ। ਕਮ ਆਊਟ ਫਰੋਮ ਦੀ ਗਰੋਵ, ਕਮ ਆਊਟ ਫਰੋਮ ਦੀ ਗਰੋਵ, ਅਰਥਾਤ ਇਸ ਸੰਘਣੇ ਰੁੱਖ ਵਿੱਚੋਂ ਬਾਹਰ ਆਓ, ਅਰਥਾਤ ਇਹਨਾਂ ਵਿਤਕਰਿਆਂ ਵਿੱਚੋਂ ਬਾਹਰ ਆਓ। ਮਾਈ ਲਵ ਐਂਡ ਕੇਅਰ, ਮੇਰੇ ਪਿਆਰਿਓ ਅਤੇ ਮੇਰੇ ਚਿੰਤਾ ਦੇ ਪਾਤਰੋ, ਅਰਥਾਤ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦਾ ਤੇ ਮੈਨੂੰ ਤੁਹਾਡੇ ਸਾਰਿਆਂ ਦੀ ਇੱਕੋ ਜਿਹੀ ਚਿੰਤਾ ਹੈਗੀ ਹੈ, ਤੁਸੀਂ ਮੇਰੀ ਕੇਅਰ ਅਧੀਨ ਹੋ, ਮੇਰੇ ਪਿਆਰ ਦੇ ਪਾਤਰ ਹੋ। ਮਾਈ ਲਵ ਐਂਡ ਕੇਅਰ ਐਂਡ ਰਾਊਂਡ ਦੀ ਗੋਲਡਨ ਟੈਂਟ ਲਾਈਕ ਲੈਂਬਸ ਰੀਜੁਆਇਸ। ਹੁਣ ਦੇਖੋ ਰੀਜੁਆਇਸ ਤੇ ਵਰਬ ਹੈਗੀ ਹੈ, ਇਹ ਜਿਹੜੇ ਸੈਂਟੈਂਸ ਨੂੰ ਸਮਝਣਾ ਹੈ ਤੇ ਫਿਰ ਇੱਦਾਂ ਕਵਾਂਗੇ ਐਂਡ ਰੀਜੁਆਇਸ ਅਰਾਊਂਡ ਮਾਈ ਗੋਲਡਨ ਟੈਂਟ ਲਾਈਕ ਲੈਂਬਸ। ਇਹ ਵਜੋਂ ਸਿੰਟੈਕਸ ਨੂੰ ਜਿਹੜੀ ਪੋਇਟਰੀ ਹੁੰਦੀ ਹੈ ਉਹਦੇ ਵਿੱਚ ਥੋੜੀ ਜਿਹੀ ਦਿਮਾਗੀ ਕਸਰਤ ਜ਼ਿਆਦਾ ਕਰਨੀ ਪੈਂਦੀ ਹੈ, ਕਿਉਂਕਿ ਦੇਖੋ ਹੁਣ ਇਹ ਇੱਦਾਂ ਹੈਗਾ ਤੇ ਇੱਥੇ ਐਕਚੁਅਲੀ ਅਸੀਂ ਆਮ ਐਸੇ ਲਿਖਾਂਗੇ, ਨਿਬੰਧ ਲਿਖਾਂਗੇ, ਫਿਰ ਅਸੀਂ ਇੱਦਾਂ ਨਹੀਂ ਲਿਖਾਂਗੇ, ਫਿਰ ਕਵਾਂਗੇ ਐਂਡ ਰੀਜੁਆਇਸ ਅਰਾਊਂਡ ਮਾਈ ਗੋਲਡਨ ਟੈਂਟ ਲਾਈਕ ਲੈਂਬਸ। ਹੁਣ ਲੈਂਬ ਦਾ ਮਤਲਬ ਹੁੰਦਾ ਲੀਲਾ ਜਾਂ ਮੇਮਣਾ, ਇਹ ਕਿਹਦਾ ਪ੍ਰਤੀਕ ਹੈਗਾ? ਇਹ ਪ੍ਰਤੀਕ ਹੈਗਾ ਭੋਲੇਪਨ ਦਾ, ਨਿਸ਼ਕਪਟਤਾ ਦਾ, ਅਰਥਾਤ ਜਿਹਦੇ ਵਿੱਚ ਕੋਈ ਛਲ ਕਪਟ ਨਹੀਂ, ਝੂਠ ਫਰੇਬ ਨਹੀਂ, ਚੁਸਤੀ ਚਲਾਕੀ ਨਹੀਂ, ਨਿਮਰਤਾ ਹੈਗੀ ਹੈ। ਤੇ ਗੋਲਡਨ ਟੈਂਟ ਕੀ ਹੈ? ਸੁਨਹਿਰੀ ਤੰਬੂ, ਅਰਥਾਤ ਵੀ ਰੱਬੀ ਹਜ਼ੂਰੀ, ਜਦੋਂ ਬੰਦਾ ਰੱਬ ਦੇ ਨੇੜੇ ਜੁੜ ਜਾਂਦਾ ਹੈ, ਉਹਦੇ ਸਿਧਾਂਤਾਂ ਨੂੰ ਅਪਣਾ ਲੈਂਦਾ ਹੈ, ਤੇ ਸੁਨਹਿਰੀ ਮਤਲਬ ਕਿ ਇੱਕ ਕਿਸਮ ਦਾ ਇਹ ਦ੍ਰਿਸ਼ਟਾਂਤ ਹੈਗਾ, ਇਹ ਇੱਕ ਕਿਸਮ ਦਾ ਮੈਟਾਫੋਰ ਹੈਗਾ। ਤੇ ਕਹਿੰਦੇ ਵੀ ਤੁਸੀਂ ਜਦੋਂ ਫਿਰ ਇਹ ਗਰੋਹ ਵਿੱਚੋਂ ਬਾਹਰ ਆ ਜਾਓ, ਅਰਥਾਤ ਇਹਨਾਂ ਜਾਤ ਪਾਤ ਦੇ, ਲਿੰਗ ਭੇਦ ਦੇ ਜਾਂ ਜਿਹੜੇ ਹੈ ਰੰਗ ਭੇਦ ਦੇ ਜਿਹੜੇ ਵਿਤਕਰੇ ਨੇ, ਇਹਨਾਂ ਚੋਂ ਬਾਹਰ ਆ ਜਾਓ ਮੇਰੇ ਪਿਆਰਿਓ, ਤੇ ਫਿਰ ਮੇਰਾ ਜਿਹੜਾ ਸੁਨਹਿਰੀ ਤੰਬੂ ਹੈ ਉਹਦੇ ਆਲੇ ਦੁਆਲੇ ਅਰਾਊਂਡ ਮਾਈ ਗੋਲਡਨ ਟੈਂਟ ਲਾਈਕ ਲੈਂਬਸ, ਜਿਹੜੇ ਇੱਕ ਮੇਮਣੇ ਹੁੰਦੇ ਨੇ ਜਿਨ੍ਹਾਂ ਵਿੱਚ ਕੋਈ ਛਲ ਕਪਟ, ਕੋਈ ਮੇਰ ਤੇਰ, ਕੋਈ ਵਿਤਕਰਾ, ਕੋਈ ਹਉਮੈ ਵਾਲੀ ਗੱਲ ਨਹੀਂ ਹੁੰਦੀ, ਤੇ ਉਹਨਾਂ ਵਾਂਗੂ, ਉਹਨਾਂ ਲੇਲਿਆਂ ਵਾਂਗੂ ਮੇਰੇ ਸੁਨਹਿਰੀ ਤੰਬੂ ਦੇ ਆਲੇ ਦੁਆਲੇ ਰੀਜੁਆਇਸ, ਸੈਲੀਬ੍ਰੇਟ ਕਰੋ, ਆਨੰਦ ਮਾਣੋ, ਖੁਸ਼ੀਆਂ ਮਾਣੋ, ਇੰਜੋਏ ਕਰੋ। ਰੀਜੁਆਇਸ ਦਾ ਮਤਲਬ ਖੁਸ਼ੀ ਮਨਾਣੀ। ਦਸ ਡਿਡ ਮਾਈ ਮਦਰ ਸੇ ਐਂਡ ਕਿਸਡ ਮੀ, ਕਹਿੰਦੇ ਇਹ ਸਾਰੀ ਗੱਲ ਉੱਪਰਲੀ, ਦਸ ਇਸ ਤਰ੍ਹਾਂ, ਡਿਡ ਮਾਈ ਮਦਰ ਸੇ, ਇਸ ਤਰ੍ਹਾਂ ਮੇਰੇ ਮਾਤਾ ਜੀ ਨੇ ਇਹ ਗੱਲ ਮੈਨੂੰ ਕਹੀ, ਐਂਡ ਕਿਸਡ ਮੀ, ਅਤੇ ਮੈਨੂੰ ਚੁੰਮਿਆ, ਐਂਡ ਦਸ, ਅਤੇ ਇਸ ਤਰ੍ਹਾਂ, ਆਈ ਸੇ, ਮੈਂ ਹੁਣ ਕਹਿੰਦਾ, ਟੂ ਲਿਟਲ ਇੰਗਲਿਸ਼ ਬॉय, ਹੁਣ ਇਹੀ ਗੱਲ ਜੋ ਮੇਰੇ ਮਾਤਾ ਜੀ ਨੇ ਮੈਨੂੰ ਸਿਖਾਈ, ਮੈਂ ਹੁਣ ਇੱਕ ਛੋਟੇ ਅੰਗਰੇਜ਼ ਮੁੰਡੇ ਨੂੰ ਕਹਿਣਾ, ਅਰਥਾਤ ਆਪਣੇ ਗੋਰੇ ਸਾਥੀ ਨੂੰ ਕਹਿਣਾ, ਗੋਰੇ ਮੁੰਡੇ ਨੂੰ ਕਹਿਣਾ। ਵੈਨ ਆਈ ਫਰੋਮ ਬਲੈਕ, ਜਦੋਂ ਮੈਂ ਕਾਲੇ ਤੋਂ, ਐਂਡ ਹੀ ਫਰੋਮ ਵਾਈਟ, ਤੇ ਉਹ ਚਿੱਟੇ ਤੋਂ, ਕੀ? ਬੱਦਲ ਤੋਂ, ਫਰੀ, ਅਰਥਾਤ ਵੈਨ ਆਈ ਫਰੀ ਫਰੋਮ ਬਲੈਕ ਕਲਾਊਡ ਐਂਡ ਹੀ ਫਰੋਮ ਵਾਈਟ ਕਲਾਊਡ, ਅਰਥਾਤ ਜਦੋਂ ਮੈਂ ਕਾਲੇ ਬੱਦਲ ਤੋਂ ਮੁਕਤ ਹੋ ਜਾਵਾਂਗਾ, ਉਹ ਚਿੱਟੇ ਬੱਦਲ ਤੋਂ ਮੁਕਤ ਹੋ ਜਾਏਗਾ, ਅਰਥਾਤ ਜਦੋਂ ਮੈਂ ਆਪਣੇ ਵਿੱਚੋਂ ਦੀ ਕਾਲੇ ਰੰਗ ਦੇ ਪ੍ਰਤੀ ਹੀਨ ਭਾਵਨਾ ਖਤਮ ਕਰ ਲਵਾਂਗਾ, ਤੇ ਉਹ ਜਿਹੜਾ ਹੈ ਉਹ ਚਿੱਟੇ ਬੱਦਲ ਤੋਂ, ਅਰਥਾਤ ਆਪਣੇ ਚਿੱਟੇ ਰੰਗ ਦੇ ਪ੍ਰਤੀ ਜੋ ਉਹਨੂੰ ਘਮੰਡ ਹੈਗਾ, ਅਹੰਕਾਰ ਹੈਗਾ, ਉਹ ਤੋਂ ਮੁਕਤ ਹੋ ਜਾਏਗਾ। ਮੈਂ ਕਾਲੇ ਬੱਦਲ ਤੋਂ ਮੁਕਤ ਹੋ ਗਿਆ ਤੇ ਉਹ ਚਿੱਟੇ ਬੱਦਲ ਤੋਂ ਮੁਕਤ ਹੋ ਗਿਆ, ਅਰਥਾਤ ਜਦੋਂ ਸਾਡਾ ਮੇਰ ਤੇਰ ਵਿਤਕਰਾ ਖਤਮ ਹੋ ਗਿਆ। ਐਂਡ ਰਾਊਂਡ ਦੀ ਟੈਂਟ ਆਫ ਗੋਡ ਲਾਈਕ ਲੈਂਬਸ ਵੀ ਜੋਏ, ਅਤੇ ਫਿਰ ਜਦੋਂ ਅਸੀਂ ਮੇਮਣਿਆਂ ਵਾਂਗ, ਅਰਥਾਤ ਭੋਲੇਪਨ ਵਿੱਚ, ਬਾਲ ਸੁਭਾਈ ਵਿੱਚ, ਪਾਇਓ ਬਾਲ ਬੁੱਧ ਸੁਖ ਰੇ, ਮਤਲਬ ਕਿ ਬਾਲ ਬੁੱਧੀ ਵਾਲੀ ਜਿਹੜੀ ਇੱਕ ਨਿਸ਼ਕਪਟ ਜਿਹੜੀ ਗੱਲ ਹੁੰਦੀ ਹੈ, ਜਿਹ 'ਚ ਕੋਈ ਚੁਸਤੀ ਚਲਾਕੀ ਨਹੀਂ ਹੁੰਦੀ, ਤੇ ਰੱਬ ਦੇ ਤੰਬੂ ਦੁਆਲੇ ਅਸੀਂ ਫਿਰ ਜਦੋਂ ਇੰਜੋਏ ਕਰਾਂਗੇ, ਇੰਜੋਏ ਖੁਸ਼ੀਆਂ ਮਨਾਵਾਂਗੇ, ਤੇ ਅੱਗੇ ਫਿਰ ਕੀ ਹੋਏਗਾ? ਕਹਿੰਦਾ ਆਈ ਵਿਲ ਸ਼ੇਡ ਹਿਮ ਫਰੋਮ ਦਾ ਹੀਟ, ਇੱਥੇ ਹੁਣ ਮਤਲਬ ਹੀਟ ਅਸੀਂ ਕਹਿ ਸਕਦੇ ਹਾਂ ਕੋਈ ਔਖੀ ਘੜੀ,
ਜਾਂ ਜਿਵੇਂ ਅਸੀਂ ਪੰਜਾਬੀ ਤੱਤੀ ਵਾਹ, ਸ਼ੇਡ ਹੀ ਮੈਂ ਛਾਂ ਦੇਵਾਂਗਾ, ਅਰਥਾਤ ਮੈਂ ਉਹਨੂੰ ਇਹ ਗਰਮੀ ਤੋਂ ਛਾਂ ਕਰਾਂਗਾ, ਅਰਥਾਤ ਉਹਦੇ ਔਖੇ ਵੇਲੇ ਕੰਮ ਆਵਾਂਗਾ, ਉਹਦੀ ਮਦਦ ਕਰਾਂਗਾ, ਉਹਦੇ ਸਪੋਰਟ ਵਿੱਚ ਆਵਾਂਗਾ, ਉਹਦਾ ਸਹਾਰਾ ਬਣਾਂਗਾ। ਟਿਲ ਹੀ ਕੈਨ ਬੀਅਰ, ਤੇ ਮੈਂ ਤਦੋਂ ਤੱਕ ਕਰਦਾ ਰਵਾਂਗਾ, ਟਿਲ ਹੀ ਕੈਨ ਬੀਅਰ, ਜਦੋਂ ਤੱਕ ਉਹ ਅਪਣਾ ਨਾ ਲਵੇ, ਜਦੋਂ ਤੱਕ ਉਹ ਆਪਣੇ ਜੀਵਨ ਵਿੱਚ ਲੈ ਨਾ ਆਵੇ। ਟਿਲ ਹੀ ਕੈਨ ਬੀਅਰ। ਟੂ ਲੀਨ ਹੁੰਦਾ ਬੱਚੋ ਝੁਕਣਾ, ਸਹਾਰਾ ਲੈਣਾ। ਇੰਜੋਏ, ਖੁਸ਼ੀ ਦੇ ਵਿੱਚ, ਅਪੋਨ ਅਵਰ ਫਾਦਰਸ ਨੀ, ਅਰਥਾਤ ਜਦੋਂ ਫਿਰ ਉਹ ਸਾਡੇ ਜਿਹੜੇ ਮੇਰੇ ਪਿਤਾ ਜੀ ਨੇ, ਜਿੱਦਾਂ ਮੈਂ ਉਹਨਾਂ ਦੇ ਗੋਡਿਆਂ ਤੇ ਨਾਲ ਇੱਦਾਂ ਟੇਕ ਲਾ ਕੇ ਸਹਾਰਾ ਲੈਣਾ, ਉਹਨਾਂ ਦੀ ਲੱਤਾਂ ਨਾਲ ਚਿੰਬੜਦਾ, ਜਦੋਂ ਉਹ ਸਾਡੇ ਪਿਤਾ ਜਿਹੜੇ ਹੈਗੇ ਨੇ ਕਾਲਿਆਂ ਦੇ, ਉਹਨਾਂ ਦੀ ਲੱਤਾਂ ਨਾਲ ਇੱਦਾਂ ਬਿਨਾਂ ਕਿਸੇ ਸੰਗੇ ਚਿੰਬੜੇਗਾ, ਅਰਥਾਤ ਇਕਮਿਕ ਹੋ ਜਾਏਗਾ, ਗੋਡਿਆਂ ਤੇ ਸਹਾਰਾ ਲਏਗਾ ਮੇਰੇ ਪਿਤਾ ਜੀ ਦੇ, ਅਰਥਾਤ ਜਦ ਇਹਦਾ ਵਿਤਕਰਾ ਸਭ ਖਤਮ ਹੋ ਜਾਏਗਾ। ਐਂਡ ਦੈਨ ਆਈ ਵਿਲ ਸਟੈਂਡ, ਤੇ ਫਿਰ ਮੈਂ ਖੜਾ ਹੋਵਾਂਗਾ। ਐਂਡ ਸਟ੍ਰੋਕ ਹਿਜ਼ ਸਿਲਵਰ ਹੇਅਰ, ਤੇ ਉਹਦੇ ਚਾਂਦੀ ਵਾਲੇ ਜਿਹੜੇ ਵਾਲ ਨੇ ਉਹਨਾਂ ਵਿੱਚ ਮੈਂ ਹੱਥ ਫੇਰਾਂਗਾ। ਸਟ੍ਰੋਕ ਹੁੰਦਾ ਹੱਥ ਫੇਰਨਾ, ਜਿੱਦਾਂ ਅਸੀਂ ਪਲੋਸਦੇ ਹਾਂ ਕਿਸੇ ਨੂੰ ਪਿਆਰ ਦੇ ਨਾਲ। ਐਂਡ ਆਈ ਵਿਲ ਸਟੈਂਡ ਐਂਡ ਸਟ੍ਰੋਕ ਹਿਜ਼ ਸਿਲਵਰ ਹੇਅਰ ਐਂਡ ਬੀ ਲਾਈਕ ਹਿਮ, ਤੇ ਫਿਰ ਮੈਂ ਹੋਰ ਦੋ ਅਸੀਂ ਦੋਨੋਂ ਇੱਕੋ ਰੂਪ ਹੋ ਜਾਵਾਂਗੇ, ਮੈਂ ਉਹਦੇ ਵਰਗਾ ਹੀ ਬਣ ਜਾਵਾਂਗਾ। ਐਂਡ ਹੀ ਵਿਲ ਦੈਨ ਲਵ ਮੀ, ਤੇ ਫਿਰ ਉਹ ਮੈਨੂੰ ਪਿਆਰ ਕਰੇਗਾ। ਇਹ ਜਿਹੜੀ ਕਵਿਤਾ ਸੀ ਵਿਲੀਅਮ ਬਲੇਕ, ਹੁਣ ਅੱਗੇ ਅਸੀਂ ਚਰਚਾ ਵੀ ਕਰ ਲੈਂਦੇ ਹਾਂ ਇਹਦੇ ਬਾਰੇ, ਰਾਈਟਰ ਬਾਰੇ ਤੇ ਪੋਇਮ ਦੇ ਬਾਰੇ, ਕੀ ਹੈ ਇਹਦੀ ਪਿੱਠ ਭੂਮੀ, ਕੀ ਹੈ ਬੈਕਗਰਾਉਂਡ ਕੀ ਹੈਗੀ ਹੈ। ਸੋ ਵਿਲੀਅਮ ਬਲੇਕ ਵਾਸ ਬੋਰਨ ਔਨ 28 ਨਵੰਬਰ 1757, ਅਰਥਾਤ 18ਵੀਂ ਸਦੀ ਦੇ ਅੱਧ ਵਿੱਚ ਜਾ ਕੇ ਕਿਤੇ ਉਹਨਾਂ ਦਾ ਜਨਮ ਹੋਇਆ, 1757 ਵਿੱਚ ਲੰਡਨ ਵਿਖੇ। ਹੀ ਵਾਜ਼ ਐਨ ਇੰਗਲਿਸ਼ ਪੋਇਟ, ਪੇਂਟਰ ਐਂਡ ਪ੍ਰਿੰਟ ਮੇਕਰ। ਪ੍ਰਿੰਟ ਮੇਕਰ ਹੁੰਦੇ ਨੇ ਜੋ ਡਿਜ਼ਾਈਨਿੰਗ ਕਰਦੇ ਨੇ, ਛਪਾਈ ਕਰਦੇ ਨੇ। ਉਹ ਇੱਕ ਅੰਗਰੇਜ਼ ਪੋਇਟ ਸੀ, ਕਵੀ ਸੀ, ਪੇਂਟਰ ਸੀ, ਪ੍ਰਿੰਟ ਮੇਕਰ ਸੀ, ਤੇ ਅਨਰੈਕੋਗਨਾਈਜ਼ਡ ਡਿਊਰਿੰਗ ਹਿਜ਼ ਲਾਈਫ ਟਾਈਮ, ਤੇ ਆਪਣੇ ਜੀਵਨ ਕਾਲ ਦੇ ਵਿੱਚ ਉਹਨੂੰ ਕੋਈ ਬਹੁਤ ਜ਼ਿਆਦਾ ਮਾਨਤਾ ਪ੍ਰਾਪਤ ਨਹੀਂ ਹੋਈ ਉਹਦੇ ਇਹਨਾਂ ਕੰਮਾਂ ਕਰਕੇ, ਇਹਦੇ ਗੁਣਾਂ ਕਰਕੇ। ਅਨਰੈਕੋਗਨਾਈਜ਼ਡ ਮੀਨਸ ਉਹਦੀ ਕੋਈ ਪਛਾਣ ਨਹੀਂ ਬਣੀ ਉਹਦੇ ਜੀਵਨ ਕਾਲ ਵਿੱਚ। ਉਹਦੇ ਮਰਨ ਤੋਂ ਬਾਅਦ ਲੋਕਾਂ ਨੇ ਉਹਨੂੰ ਜਾਣਿਆ ਜ਼ਿਆਦਾ। ਹੀ ਲੈਫਟ ਸਕੂਲ ਐਟ ਦੀ ਏਜ ਆਫ 10, ਅਰਥਾਤ ਉਹਨਾਂ ਨੇ 10 ਸਾਲ ਦੀ ਉਮਰ ਵਿੱਚ ਆਪਣਾ ਸਕੂਲ ਛੱਡ ਦਿੱਤਾ। ਐਂਡ ਵਾਜ਼ ਐਜੂਕੇਟਡ, ਅਤੇ ਉਹ ਸਿੱਖਿਅਤ ਕੀਤਾ ਗਿਆ, ਉਹਨੂੰ ਵਿੱਦਿਆ ਦਿੱਤੀ ਗਈ ਐਟ ਹੋਮ, ਘਰ ਵਿੱਚ ਹੀ, ਬਾਏ ਹਿਜ਼ ਮਦਰ, ਉਹਦੀ ਮਾਤਾ ਦੁਆਰਾ। ਹਿਜ਼ ਨੋਟੇਬਲ ਵਰਕਸ, ਨੋਟੇਬਲ ਦਾ ਮਤਲਬ ਜ਼ਿਕਰਯੋਗ, ਮਤਲਬ ਕੰਮ ਤੇ ਹੋਰ ਵੀ ਹੋਣਗੇ, ਪਰ ਜਿਹੜੇ ਜ਼ਿਕਰਯੋਗ ਕੀਤੇ ਹੋਏ ਕੰਮ ਨੇ ਉਹ ਇਹ ਸੌਂਗਸ ਆਫ ਇਨੋਸੈਂਸ ਐਂਡ ਆਫ ਐਕਸਪੀਰੀਅੰਸ ਇੱਕ ਹੈਗਾ, ਦੀ ਮੈਰਿਜ ਆਫ ਹੈਵਨ ਐਂਡ ਹੈਲ ਇੱਕ ਹੈਗਾ, ਦੀ ਫੋਰ ਜ਼ੋਆਜ਼ ਐਂਡ ਜੇਰੂਸਲਮ ਇਹ ਤੀਜਾ ਕੰਮ ਹੈ। ਇਹ ਉਹਦੇ ਨੋਟੇਬਲ, ਉਹਦੇ ਜਿਹੜੇ ਕ੍ਰਿਤ ਹੈਗੇ ਨੇ, ਉਹਦੀਆਂ ਚਾਹੇ ਕਵਿਤਾਵਾਂ ਹੋਣਗੀਆਂ ਜਾਂ ਲੇਖ ਹੋਣਗੇ, ਇਹ ਉਹਦੇ ਬਾਰੇ ਜਾਣਕਾਰੀ ਹੈ। ਤੇ ਹੁਣ ਕਵਿਤਾ ਬਾਰੇ ਦੇਖੀਏ। ਅਬਾਊਟ ਦੀ ਪੋਇਮ। In this poem, Blake, जो विलियम ब्लेक है राइटर है, deals with the suffering of the blacks. Suffering माने ਹੁੰਦਾ ਹੈ ਦੁੱਖ, of the blacks at the hands of white people. ਇਹ ਪੋਇਮ ਵਿੱਚ ਜਿਹੜਾ ਬਲੇਕ ਹੈ, ਜੋ ਰਾਈਟਰ ਹੈ, ਪੋਇਟ ਹੈਗਾ, ਉਹ ਗੋਰੇ ਲੋਕਾਂ ਦੇ ਹੱਥੋਂ ਕਾਲੇ ਲੋਕਾਂ ਦਾ ਜਿਹੜਾ ਸ਼ੋਸ਼ਣ ਕੀਤਾ ਜਾਂਦਾ ਹੈ, ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ, ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ, ਉਹਨਾਂ ਨੂੰ ਕਸ਼ਟ ਦਿੱਤੇ ਜਾਂਦੇ ਨੇ, ਉਹਦਾ ਜ਼ਿਕਰ ਹੈ। A black child tells the story, ਇੱਕ ਕਾਲਾ ਬੱਚਾ ਜਿਹੜਾ ਹੈ ਉਹ ਇਹ ਕਹਾਣੀ ਦੱਸਦਾ ਹੈ, of how he came to know his own identity, ਕਿਵੇਂ ਉਹਨੂੰ ਆਪਣੀ ਪਛਾਣ ਦਾ ਪਤਾ ਲੱਗਿਆ, ਕਿਵੇਂ ਉਹਨੂੰ ਪਤਾ ਲੱਗਿਆ ਕਿ ਮੈਂ ਕਾਲਾ ਹੈਗਾ। and how he came to know God, ਤੇ ਕਿੱਦਾਂ ਉਹਨੂੰ ਰੱਬ ਬਾਰੇ ਪਤਾ ਲੱਗਿਆ। ਉਹਦੀ ਮਾਂ ਨੇ ਉਹਨੂੰ ਸਮਝਾਇਆ ਕਿ ਦੇਖ ਕਾਕਾ, ਉੱਥੇ ਚੜ੍ਹਦੇ ਸੂਰਜ ਵੱਲ ਦੇਖ, ਰੱਬ ਉੱਥੇ ਰਹਿੰਦਾ ਹੈ, ਉਹ ਸਾਨੂੰ ਸਾਰਿਆਂ ਨੂੰ ਰੋਸ਼ਨੀ ਦਿੰਦਾ ਹੈ, ਚਾਨਣ ਦਿੰਦਾ ਹੈ, ਨਿੱਘ ਦਿੰਦਾ ਹੈ। God, he tells how his mother taught him about God, ਉਹ ਇਹ ਵੀ ਦੱਸਦਾ ਹੈ ਕਿ ਕਿੱਦਾਂ ਉਹਦੀ ਮਾਂ ਨੇ ਉਹਨੂੰ ਰੱਬ ਬਾਰੇ ਸਿੱਖਿਆ ਦਿੱਤੀ। who lives in the east, ਜੋ ਕਿ ਪੂਰਬ ਵਾਲੇ ਪਾਸੇ ਰਹਿੰਦਾ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਬੜੀ ਵਧੀਆ ਕਵਿਤਾ। ਅਸੀਂ ਗੁਰਬਾਣੀ 'ਚ ਹੀ ਪੜ੍ਹਦੇ ਹਾਂ, ਏਕ ਪਿਤਾ ਏਕ ਅਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਹੈ ਨਾ, ਜਾਂ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ, ਜਾਂ ਫਿਰ ਸਭ ਮੈਂ ਜੋਤ ਜੋਤ ਹੈ ਸੋਏ, ਜਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਸੋ ਗੁਰਬਾਣੀ ਰਾਹੀਂ ਵੀ ਤੇ ਇਹ ਕਵਿਤਾ ਰਾਹੀਂ ਵੀ ਸਾਨੂੰ ਪਤਾ ਲੱਗਦਾ ਕਿ ਸਾਨੂੰ ਇੱਕ ਦੂਜੇ ਦੇ ਨਾਲ ਜਾਤ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਖੇਤਰ ਦੇ ਆਧਾਰ 'ਤੇ, ਬੋਲੀ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਨੈਣ ਨਕਸ਼ਾਂ ਦੇ ਆਧਾਰ 'ਤੇ, ਰੰਗ ਰੂਪ ਦੇ ਆਧਾਰ 'ਤੇ ਇੱਕ ਦੂਜੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਜਿਵੇਂ ਘੁਮਿਆਰ ਵੱਖ-ਵੱਖ ਕਿਸਮਾਂ ਦੇ ਭਾਂਡੇ ਬਣਾਉਂਦਾ ਹੈ, ਇੱਦਾਂ ਰੱਬ ਬਹੁਤ ਮਹਾਨ ਇੱਕ ਘੁਮਿਆਰ ਹੈਗਾ, ਤੇ ਅਸੀਂ ਸਾਰੇ ਉਸਦੇ ਘੜੇ ਹੋਏ ਭਾਂਡੇ ਹਾਂ। ਕੋਈ ਕਾਲਾ ਹੈ, ਕੋਈ ਗੋਰਾ ਹੈ, ਕੋਈ ਕਣਕ ਵਿੰਨਾ ਹੈ, ਕਿਸੇ ਦੀ ਕਣਕ ਵਿੱਚ ਜ਼ਿਆਦਾ ਥੋੜ੍ਹਾ ਚਿੱਟਾਪਨ ਹੈ, ਤੇ ਕਿਸੇ ਦੀ ਕਣਕ ਵਿੱਚ ਥੋੜ੍ਹਾ ਜ਼ਿਆਦਾ ਭੂਰਾਪਨ ਹੈ, ਕੋਈ ਪੀਲਾ ਹੈ। ਸੋ ਸਾਰੇ ਉਸ ਰੱਬ ਦੇ ਬਣਾਏ ਬੰਦੇ ਨੇ, ਤੇ ਸਾਨੂੰ ਜਿੱਦਾਂ ਦੱਸਿਆ ਗੁਰੂ ਸਾਹਿਬ ਨੇ, ਜਾਣੋ ਜੋਤ ਨਾ ਪੁੱਛੋ ਜਾਤੀ, ਉਹਦੇ ਅੰਦਰਲੀ ਜੋਤ ਨੂੰ ਜਾਣੀਏ, ਉਹਦੇ ਅੰਦਰਲੇ ਗੁਣਾਂ ਨੂੰ ਪਛਾਣੀਏ, ਤੇ ਜਿਹੜੀ ਜਾਤ ਹੈਗੀ ਹੈ ਉਹਨੂੰ ਬਿਲਕੁਲ ਨਜ਼ਰਅੰਦਾਜ਼ ਸਾਨੂੰ ਕਰ ਦੇਣਾ ਚਾਹੀਦਾ ਹੈ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ
ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।